ई मिशन पंजाबी ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸਿਆਸਤ ਦਾ ਰੂਪ ਭਾਵੇਂ ਹਰ ਖੇਤਰ ਦੇ ਵਿੱਚ ਵੇਖਿਆ ਜਾ ਸਕਦਾ ਹੈ, ਪਰੰਤੂ ਰਾਜਸੀ ਪੱਧਰ ਉੱਤੇ ਸਿਆਸੀ ਪੱਤਿਆਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਉਂਝ ਵੀ ਲੋਕਤੰਤਰ ਦੇ ਵਿੱਚ ਸਿਆਸਤ ਇੱਕ ਅਜਿਹਾ ਪਹੀਆ ਮੰਨਿਆ ਜਾਂਦਾ ਹੈ ਜਾਂ ਰਾਹ ਮੰਨਿਆ ਜਾਂਦਾ ਹੈ ਜਿੱਥੋਂ ਸੱਤਾ ਪਾਈ ਜਾ ਸਕਦੀ ਹੈ। ਕਹਿ ਲਈਏ ਕਿ ਜਿੱਥੋਂ ਰਾਜ ਭਾਗ ਹਥਿਆਇਆ ਜਾ ਸਕਦਾ ਹੈ। ਤਾਜ਼ਾ ਤਰੀਨ ਆਪਾਂ ਵੇਖ ਸੁਣ ਹੀ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਕਿਵੇਂ ਭਾਰਤੀ ਕਰੰਸੀ ਉੱਤੇ ਦੇਵੀ ਦੇਵਤਿਆਂ ਦੀ ਫੋਟੋ ਅੰਕਿਤ ਕੀਤੇ ਜਾਣ ਦੀ ਮੰਗ ਉਠਾਈ ਜਾ ਰਹੀ ਹੈ। ਸਿਆਸੀ ਵਿਰੋਧੀ, ਸਿਆਸੀ ਆਲੋਚਕ, ਮਾਹਰ ਇਸ ਨੂੰ ਅਸਿੱਧੇ ਤੌਰ 'ਤੇ ਜਾਂ ਸਿੱਧੇ ਤੌਰ 'ਤੇ ਇਹੀ ਮੰਨ ਰਹੇ ਹਨ ਕਿ ਇਹ ਇੱਕ ਸਿਆਸੀ ਪੱਤਾ ਹੀ ਹੈ, ਕਿਉਂਕਿ ਸਿਆਸੀ ਪੱਤੇ ਦੇ ਜ਼ਰੀਏ ਹੀ ਜਿਹੜੀਆਂ ਧਿਰਾਂ ਸਿਆਸਤ ਨੂੰ ਅੱਗੇ ਵਧਾਉਂਦੀਆਂ ਹਨ ਉਹ ਅੱਗੇ ਵੀ ਵਧਦੀਆਂ ਹਨ। ਕਿਉਂਕਿ ਆਪਾਂ ਵੇਖ ਹੀ ਰਹੇ ਹਾਂ ਕਿ ਆਮ ਆਦਮੀ ਪਾਰਟੀ ਇਸ ਵੇਲੇ ਦਿੱਲੀ ਅਤੇ ਪੰਜਾਬ ਮਗਰੋਂ ਹੁਣ ਗੁਜਰਾਤ ਦੇ ਵਿੱਚ ਵੱਡੇ ਪੱਧਰ ਉੱਤੇ ਚੁਣਾਵੀ ਪਿੜ ਦੇ ਵਿੱਚ ਉਤਰੀ ਹੋਈ ਹੈ। ਭਾਵੇਂ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਰਹੀ ਹੈ ਅਤੇ ਹਰਿਆਣਾ ਦੀ ਜਿਮਨੀ ਚੋਣ ਵੀ, ਪਰੰਤੂ ਆਪ ਦਾ ਕਹਿ ਲਈਏ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਮੇਨ ਫੋਕਸ ਇਸ ਵੇਲੇ ਗੁਜਰਾਤ ਹੀ ਹੈ, ਕਿਉਂਕਿ ਗੁਜਰਾਤ ਤੋਂ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਇਸ ਰਾਜ ਤੋਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ। ਅਜਿਹੇ ਲਿਹਾਜ਼ ਤੋਂ ਗੁਜਰਾਤ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੇ ਪੈਰ ਜੰਮਦੇ ਹਨ, ਕੋਈ ਰਿਸਪੌਂਸ ਮਿਲਦਾ ਹੈ ਤਾਂ, ਕਿਉਂਕਿ ਆਮ ਆਦਮੀ ਪਾਰਟੀ ਇਸ ਵੇਲੇ ਦੇਸ਼ ਦੇ ਵਿੱਚ ਨਵੀਂ ਰਾਜਸੀ ਧਿਰ ਵਜੋਂ ਹੈ, ਅੱਗੇ ਵਧ ਰਹੀ ਹੈ, ਤਾਂ ਆਪ ਲਈ ਗੁਜਰਾਤ ਦਾ ਜਿਹੜਾ ਇਹ ਪੈਂਤੜਾ ਹੈ ਉਹ ਵੱਡਾ ਹੋਵੇਗਾ। ਗੁਜਰਾਤ ਦੀ ਜਿਹੜੀ ਗੱਲ ਹੈ ਆਪ ਲਈ ਵੱਡੀ ਮੰਨੀ ਜਾਏਗੀ। ਭਾਵੇਂ ਅੱਗੇ ਇਹ ਸਾਰਾ, ਕਿਉਂਕਿ ਲੋਕ ਰਾਜ ਦੇ ਵਿੱਚ ਲੋਕਾਂ ਨੇ ਹੀ ਵੇਖਣਾ ਹੈ ਕਿ ਕਿਸ ਪਾਰਟੀ ਨੂੰ ਸਹਿਯੋਗ ਦੇਣਾ ਹੈ, ਕਿਸ ਨੂੰ ਨਹੀਂ, ਪਰੰਤੂ ਜਿਸ ਪੈਂਤੜੇ ਦੇ ਨਾਲ, ਜਿਸ ਸਿਆਸੀ ਪੱਤੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਸਿਆਸਤ ਨੂੰ ਚਮਕਾ ਰਹੀ ਹੈ, ਉਹ ਵੀ ਇੱਕ ਵਿਚਾਰਨ ਵਾਲੀ ਗੱਲ ਬਣੀ ਹੋਈ ਹੈ। ਆਪਾਂ ਪਹਿਲਾਂ ਕਿਹਾ ਹੀ ਹੈ ਕਿ ਸਿਆਸੀ ਪੱਤਿਆਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਅਤੇ ਹੁਣ ਜਿਹੜੀ ਨੋਟਾਂ ਉੱਤੇ ਦੇਵੀ ਦੇਵਤਿਆਂ ਦੀ ਫੋਟੋ ਅੰਕਿਤ ਕਰਨ ਦੀ ਆਪ ਦੀ ਮੰਗ, ਉਹ ਵੀ ਇਸ ਵੇਲੇ ਗੁਜਰਾਤ ਦੇ ਸਿਆਸੀ ਸੀਨ, ਕਹਿ ਲਈਏ ਕਿ ਚੁਣਾਵੀ ਸੀਨ ਉੱਤੇ ਕਾਫੀ ਚਰਚਿਤ ਚਿਹਰੇ ਵਜੋਂ ਉੱਭਰ ਰਹੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲੋਕਤੰਤਰ ਦੇ ਵਿੱਚ ਸਿਆਸੀ ਪੱਤੇ ਇੱਕ ਭੱਥੇ ਦੇ ਵਿੱਚੋਂ ਕੱਢੇ ਗਏ ਤੀਰ ਵਾਂਗ ਹੁੰਦੇ ਹਨ। ਜੇਕਰ ਨਿਸ਼ਾਨੇ 'ਤੇ ਮਾਮਲਾ ਜਾ ਟਿਕੇ ਤਾਂ ਬਹੁਤ ਕੁਝ ਹੱਥ ਆ ਜਾਂਦਾ ਹੈ। ਆਪਾਂ ਪਹਿਲਾਂ ਹੀ ਕਿਹਾ, ਭਾਵੇਂ ਆਮ ਆਦਮੀ ਪਾਰਟੀ ਗੁਜਰਾਤ ਨੂੰ ਲੈ ਕੇ ਸਿਆਸਤ ਦੇ ਵੱਡੇ ਵੱਡੇ ਤੀਰ ਛੱਡ ਰਹੀ ਹੈ, ਪਰੰਤੂ ਵੇਖਣਾ ਹੋਵੇਗਾ, ਕਿਉਂਕਿ ਉਸ ਰਾਜ ਤੋਂ ਇਸ ਵੇਲੇ ਪ੍ਰਧਾਨ ਮੰਤਰੀ ਹਨ, ਗ੍ਰਹਿ ਮੰਤਰੀ ਹਨ ਅਤੇ ਦੇਸ਼ ਦੇ ਵਿੱਚ ਉਹ ਇੱਕ ਵੱਡੀ ਤਾਕਤ ਵੀ ਮੰਨੇ ਜਾ ਰਹੇ ਹਨ। ਅਜਿਹੇ ਲਿਹਾਜ਼ ਤੋਂ ਭਾਜਪਾ ਨਾਲ ਆਪ ਸਿਆਸੀ ਤੌਰ 'ਤੇ ਕਿਵੇਂ ਟੱਕਰੇਗੀ, ਕਿਉਂਕਿ ਭਾਜਪਾ ਇਸ ਵੇਲੇ ਅਜਿਹੀ ਪਾਰਟੀ ਹੈ ਜਿਸ ਨੂੰ ਇਹ ਖਿਤਾਬ ਵੀ ਜਾ ਰਿਹਾ ਹੈ ਕਿ ਉਹ ਸਿਆਸੀ ਤੌਰ 'ਤੇ ਮੈਂਬਰਸ਼ਿਪ ਪੱਖੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਦੇਸ਼ ਦੇ ਵਿੱਚ ਵੀ ਉਹ ਹਰ ਰਾਜ ਦੇ ਵਿੱਚ ਪੜਾਅ-ਵਾਰ ਪੜਾਅ ਅੱਗੇ ਵਧ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਆਪ ਹੁਣ ਕੀ ਚੁਣੌਤੀ ਦੇ ਸਕਦੀ ਹੈ। ਦੂਜੇ ਬੰਨੇ ਭਾਜਪਾ ਜਿਹੜੀ ਕਿ ਇਸ ਵੇਲੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ, ਉਸ ਵੱਲੋਂ ਵੀ ਆਪਣੇ ਭੱਥੇ ਦੇ ਵਿੱਚੋਂ ਸਿਆਸੀ ਤੀਰ ਕੱਢੇ ਜਾਣ ਲੱਗੇ ਹਨ। ਕਹਿ ਲਈਏ ਕਿ ਸਿਆਸੀ ਪੱਤਾ ਖੇਡਿਆ ਜਾਣ ਲੱਗਾ ਹੈ, ਉਹ ਵੀ ਪੰਜਾਬ ਨੂੰ ਲੈ ਕੇ, ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਵੱਡੇ ਪੱਧਰ ਉੱਤੇ ਪੰਜਾਬ ਮਾਡਲ ਨੂੰ ਉਭਾਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਜਰਾਤ ਦੇ ਵਿੱਚ ਪ੍ਰਚਾਰ ਦੇ ਵਿੱਚ ਜੁਟੇ ਹੋਏ ਹਨ। ਤਾਂ ਭਾਜਪਾ ਨੇ ਵੀ ਪੰਜਾਬ ਉੱਤੇ ਆਪਣੀ ਇੱਕ ਵੱਖਰੀ ਤਰ੍ਹਾਂ ਦੀ ਅੱਖ ਰੱਖ ਲਈ ਹੈ। ਕਹਿ ਲਈਏ ਕਿ ਭਾਜਪਾ ਇੱਕ ਅਜਿਹੇ ਸਿੱਖ ਆਗੂ ਨੂੰ, ਜਿਸ ਉੱਤੇ ਤਜਰਬੇ ਦਾ ਇੱਕ ਵੱਡਾ ਲੈਵਲ ਲੱਗਿਆ ਹੋਇਆ ਮੰਨਿਆ ਜਾਂਦਾ ਹੈ, ਮਤਲਬ ਕਿ ਮਨਜਿੰਦਰ ਸਿੰਘ ਸਿਰਸਾ, ਜਿਹੜੇ ਕਿ ਭਾਵੇਂ ਇਸ ਵੇਲੇ ਦਿੱਲੀ ਦੇ ਵਿੱਚ ਭਾਜਪਾ ਦੀ ਤਰਫੋਂ ਕਾਰਜਸ਼ੀਲ ਹਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸਾਬਕਾ ਪ੍ਰਧਾਨ ਹਨ। ਇਸ ਵੇਲੇ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਧਿਰ ਹੈ, ਭਾਵੇਂ ਉਹ ਅਕਾਲੀ ਦਲ ਨਾਲ ਹੀ ਸੰਬੰਧਿਤ ਮੰਨੀ ਜਾਂਦੀ ਹੈ, ਪਰੰਤੂ ਮੰਨਿਆ ਜਾ ਰਿਹਾ ਹੈ ਕਿ ਉਹ ਧਿਰ ਵੀ ਮਨਜਿੰਦਰ ਸਿੰਘ ਸਿਰਸਾ ਦੀ ਹੈ।
ਅਜਿਹੇ ਲਿਹਾਜ਼ ਤੋਂ ਭਾਜਪਾ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੀ ਭਾਜਪਾ ਇਕਾਈ ਦਾ ਪ੍ਰਧਾਨ ਨਾਮਜ਼ਦ ਕਰਨ ਦੀ ਹੋੜ ਦੇ ਵਿੱਚ ਹੈ। ਭਾਵੇਂ ਇਹ ਗੱਲ ਪਹਿਲਾਂ ਅੰਦਰ ਖਾਤੇ ਚੱਲ ਰਹੀ ਸੀ, ਪਰੰਤੂ ਹੁਣ ਇਹ ਜਨਤਕ ਲਿਹਾਜ਼ ਤੋਂ ਅੱਗੇ ਆ ਰਹੀ ਹੈ ਤੇ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਹ ਗੱਲ ਹੁਣ ਤੁਰ ਪਈ ਹੈ। ਮਨਜਿੰਦਰ ਸਿੰਘ ਸਿਰਸਾ ਜਿੱਥੇ ਕਿਸਾਨੀ ਚਿਹਰੇ ਵਜੋਂ ਵੀ ਇੱਕ ਅਹਿਮ ਆਗੂ ਵਜੋਂ ਜਾਣੇ ਜਾਂਦੇ ਹਨ, ਉੱਥੇ ਨਾਲ ਹੀ ਉਹ ਪੰਥਕ ਆਗੂ ਵਜੋਂ ਵੀ ਵੱਡੇ ਦਿਗਜ ਸਮਝੇ ਜਾਂਦੇ ਹਨ। ਪੰਜਾਬ ਨੂੰ ਉਹ ਧਰਾਤਲ ਤੌਰ 'ਤੇ ਚੰਗੀ ਤਰ੍ਹਾਂ ਜਾਣਦੇ ਹਨ। ਪਿਛਲੀ ਬਾਦਲ ਸਰਕਾਰ ਵੇਲੇ ਉਹ ਪੰਜਾਬ ਸਰਕਾਰ ਦੇ ਵਿੱਚ ਸਲਾਹਕਾਰ ਪੱਧਰ ਦੇ ਪ੍ਰਸ਼ਾਸਕੀ ਅਹੁਦੇ 'ਤੇ ਵੀ ਰਹੇ ਹਨ। ਅਜਿਹਾ ਵੱਡਾ ਤੇ ਚੰਗਾ ਤਜਰਬਾ ਰੱਖਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਥਾਪ ਰਹੀ ਹੈ। ਇਹ ਵੀ ਇੱਕ ਭਾਜਪਾ ਦਾ ਸਿਆਸੀ ਪੱਤਾ ਹੀ ਮੰਨਿਆ ਜਾਏਗਾ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਜਿੱਥੇ ਪੰਜਾਬ ਨਾਲ ਸੰਬੰਧਿਤ ਦੱਸੇ ਜਾਂਦੇ ਹਨ, ਉੱਥੇ ਉਹ ਇੱਕ ਜੱਟ ਫੈਮਿਲੀ ਦੇ ਵਿੱਚੋਂ ਵੀ ਹਨ ਤੇ ਪੰਜਾਬ ਦੇ ਵਿੱਚ ਜੇ ਸਿਆਸੀ ਕਮਾਂਡ ਹੁਣ ਤੱਕ ਅਸਰਦਾਇਕ ਬਣੀ ਹੈ ਤਾਂ ਉਹ ਕਿਸੇ ਜੱਟ ਆਗੂ ਦੇ ਹੱਥ ਹੀ ਆਉਣ ਮਗਰੋਂ ਸਾਰਥਕ ਬਣੀ ਹੈ। ਕਿਉਂਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਜਦੋਂ ਵਿਚਾਰਾਂ ਕਰ ਰਹੀ ਸੀ ਕਿ ਜੇਕਰ ਆਪ ਵੱਲੋਂ ਮੁੱਖ ਮੰਤਰੀ ਪਦ ਕਿਸੇ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਕਿਹੜਾ ਚਿਹਰਾ ਹੋਵੇ, ਤਾਂ ਉਸ ਵੇਲੇ ਵੀ ਆਪ ਨੇ ਇੱਕ ਜੱਟ ਲਾਬੀ ਨੂੰ ਪਹਿਲ ਦੇ ਤੌਰ 'ਤੇ ਵਿਚਾਰਿਆ ਸੀ। ਇਹ ਗੱਲਾਂ ਮੀਡੀਆ ਦੇ ਵਿੱਚ ਵੀ ਆਉਂਦੀਆਂ ਰਹੀਆਂ ਤੇ ਹੁਣ ਭਾਜਪਾ ਵੀ ਅਜਿਹੇ ਸਿਆਸੀ ਪੱਤੇ ਵੱਲ ਤੁਰੀ ਹੈ। ਮਨਜਿੰਦਰ ਸਿੰਘ ਸਿਰਸਾ ਬਾਰੇ ਆਪਾਂ ਤਜਰਬਿਆਂ ਦੀ ਗੱਲ ਕੀਤੀ ਹੈ। ਉਹ ਜਿੱਥੇ ਦਿੱਲੀ ਦੇ ਵਿਧਾਇਕ ਰਹਿ ਚੁੱਕੇ ਹਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਰਹਿ ਚੁੱਕੇ ਹਨ, ਦਿੱਲੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਕਾਈ ਹੈ ਉਹਦੇ ਪ੍ਰਧਾਨ ਰਹਿ ਚੁੱਕੇ ਹਨ, ਹੋਰ ਬਹੁਤ ਸਾਰੇ ਅਹੁਦਿਆਂ 'ਤੇ ਉਹ ਇੱਕ ਵੱਡਾ ਤਜਰਬਾ ਰੱਖਦੇ ਹਨ। 3 ਖੇਤੀ ਕਾਨੂੰਨਾਂ ਨੂੰ ਦਿੱਲੀ ਬਾਰਡਰਾਂ ਉੱਤੇ ਜਦੋਂ ਕਿਸਾਨ ਸੰਘਰਸ਼ 1 ਸਾਲ ਚੱਲਿਆ ਤਾਂ ਉਹਦੇ ਵਿੱਚ ਵੀ ਮਨਜਿੰਦਰ ਸਿੰਘ ਸਿਰਸਾ ਨੇ ਸਰਗਰਮੀ ਨਾਲ ਹਿੱਸਾ ਲਿਆ। ਪੰਜਾਬੋਂ ਬਾਹਰ ਜਾਂ ਦਿੱਲੀ ਤੋਂ ਬਾਹਰ ਜਦੋਂ ਵੀ ਸਿੱਖ ਸਮੁਦਾਇ ਉੱਤੇ ਕੋਈ ਭੀੜ ਪਈ ਤਾਂ ਮਨਜਿੰਦਰ ਸਿੰਘ ਸਿਰਸਾ ਬਤੌਰ ਸਿੱਖ ਮੂਹਰੇ ਹੋ ਕੇ ਜਾਂ ਅੱਗੇ ਹੋ ਕੇ ਵਿਚਰਦੇ ਰਹੇ ਵੇਖੇ ਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਸਾਰੀਆਂ ਤਮਾਮ ਗੱਲਾਂ ਦੇ ਲਿਹਾਜ਼ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਪੰਜਾਬ ਦੀ ਵਾਗਡੋਰ ਸੌਂਪਣ ਬਾਰੇ ਸੋਚਣ ਲੱਗੀ ਹੈ। ਉਂਝ ਇੱਥੇ ਇੱਕ ਗੱਲ ਵੱਖਰੀ ਵੀ ਹੈ ਕਿ ਭਾਜਪਾ ਦੇ ਕਈ ਟਕਸਾਲੀ ਚਿਹਰੇ ਵੀ ਪੰਜਾਬ ਦੀ ਵਾਗਡੋਰ ਲਈ ਭਾਵ ਕਿ ਅਗਲੀ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਹਨ, ਪਰੰਤੂ ਸਮਝਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਸ ਵੇਲੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਹਨ, ਉਸ ਦਾ ਸਿਹਰਾ ਸਿਰਸਾ ਵੱਲ ਹੀ ਜਾ ਰਿਹਾ ਦਿਸ ਰਿਹਾ ਹੈ। ਭਾਜਪਾ ਦੇ ਇਸ ਵੇਲੇ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਪੀਰੀਅਡ ਵੀ ਲੰਘ ਚੁੱਕਿਆ ਦੱਸਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਉਹ ਇਸ ਹੁਣ ਵਿਧਾਇਕ ਵੀ ਚੁਣੇ ਗਏ ਹਨ, ਜਦੋਂ ਕਿ ਭਾਜਪਾ ਦੇ ਵਿੱਚ ਇੱਕ ਰੈਂਕ ਇੱਕ ਚਿਹਰੇ ਵਜੋਂ ਹੀ ਮਾਪਦੰਡ ਅਪਣਾਇਆ ਜਾਂਦਾ ਹੈ। ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਭਾਜਪਾ ਪੰਜਾਬ ਦੇ ਵਿੱਚ ਆਪਣਾ ਸਿਆਸੀ ਪੱਤਾ ਖੇਡ ਰਹੀ ਹੈ, ਮਤਲਬ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਦੀ ਕਮਾਂਡ ਸੌਂਪੇਗੀ। ਇਹ ਆਪਾਂ ਇੱਕ ਅਸਾਰ ਉੱਤੇ ਹੀ ਗੱਲ ਕਰ ਰਹੇ ਹਾਂ। ਉਂਝ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਮੈਂਬਰ ਪਾਰਲੀਮੈਂਟ ਚੋਣ ਵਜੋਂ ਦਿੱਲੀ ਦੇ ਕਿਸੇ ਹਲਕੇ ਤੋਂ ਤਿਆਰੀ ਵੀ ਕਰ ਰਹੇ ਹਨ। ਦਿੱਲੀ ਪੰਜਾਬ ਦੀ ਜੇ ਆਪਾਂ ਸਿਆਸੀ ਲਿਹਾਜ਼ ਤੋਂ ਗੱਲ ਕਰੀਏ ਤਾਂ ਜਿੱਥੇ ਦੋਵੇਂ ਰਾਜਾਂ ਦੇ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ, ਕਹਿ ਲਈ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਹੈ, ਦਿੱਲੀ ਦੇ ਵਿੱਚ ਵੀ ਵੱਡਾ ਆਧਾਰ ਰੱਖਦੇ ਹਨ ਤੇ ਦੋਵਾਂ ਰਾਜਾਂ ਦੇ ਵਿੱਚ ਇੱਕ ਦੂਜੇ ਉੱਤੇ ਸਿਆਸੀ ਅਸਰ ਵੀ ਹੁੰਦਾ ਹੈ, ਕਿਉਂਕਿ ਆਪਾਂ ਪਿਛਲੀ ਲੰਘੀ ਵਿਧਾਨ ਸਭਾ ਜਿਹੜੀ ਪੰਜਾਬ ਦੀ ਹੈ ਉਹਦੇ ਉੱਤੇ ਜਦੋਂ ਦਿੱਲੀ ਦੀ ਗੱਲ ਹੁੰਦੀ ਸੀ ਤਾਂ ਪੰਜਾਬ ਦੇ ਵਿੱਚ ਇੱਕ ਸਿਆਸੀ ਅਸਰ ਹੁੰਦਾ ਵਿਖਾਈ ਪ੍ਰਤੀਤ ਦਿੰਦਾ ਸੀ ਤੇ ਜਦੋਂ ਹੁਣ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਉਹਦਾ ਅਸਰ ਦਿੱਲੀ ਉੱਤੇ ਹੋਣਾ ਸੁਭਾਵਿਕ ਹੀ ਹੈ, ਕਿਉਂਕਿ ਸਿਆਸੀ ਲਿਹਾਜ਼ ਤੋਂ ਦੋਵੇਂ ਰਾਜ ਇੱਕ ਦੂਜੇ ਦੇ ਪੂਰਕ ਮੰਨੇ ਜਾਂਦੇ ਹਨ। ਗੱਲ ਆਪਾਂ ਸਿਆਸੀ ਪੱਤਿਆਂ ਦੀ ਕਰ ਰਹੇ ਸੀ, ਇਸ ਨੂੰ ਸਿਆਸੀ ਹੱਥਕੰਡੇ ਵੀ ਅੱਗੇ ਜਾ ਕੇ ਕਈ ਵਾਰ ਗਿਣਿਆ ਜਾਂਦਾ ਹੈ ਤੇ ਭਾਜਪਾ ਉੱਤੇ ਜਿਹੜੇ ਪੰਜਾਬ ਦੀ ਗੱਲ ਕਰਿਆ ਕੁਝ ਜਿਹੜੇ ਦੋਸ਼ ਸਾਹਮਣੇ ਲੱਗੇ ਹੋਏ ਆਪਾਂ ਵੇਖ ਰਹੇ ਹਾਂ ਕਿ ਭਾਜਪਾ ਹੁਣ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਆਪਣੇ ਸਿਆਸੀ ਹੱਥਕੰਡੇ ਵਿਖਾ ਰਹੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ
ਜਿਹੜੀਆਂ ਹੁਣ ਵੱਡੀਆਂ ਅਹਿਮ ਬੈਠਕਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਲ ਇਹ ਤੁਰ ਰਹੀ ਹੈ ਕਿ ਭਾਜਪਾ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਤੇ ਜਿਹੜੀ ਇੱਕ ਹੋਰ ਗੱਲ ਤੁਰੀ ਉਹਦੀ ਜਿਹੜੀ ਕਣਸੋ ਬਾਹਰ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੁਣ ਪ੍ਰਧਾਨਗੀ ਜਾਂ ਹੋਰ ਅਹੁਦੇਦਾਰਾਂ ਦੀ ਚੋਣ ਆ ਰਹੀ ਹੈ ਉਹਦੇ ਵਿੱਚ ਵੀ ਭਾਜਪਾ ਕਾਫੀ ਤਿੱਖੀ ਨਜ਼ਰ ਟਿਕਾ ਚੁੱਕੀ ਹੈ। ਤੇ ਇੱਕ ਜਿਹੜਾ ਚਿੰਤਾ ਅਕਾਲੀ ਹਲਕਿਆਂ ਦੇ ਵਿੱਚ ਕਿਉਂਕਿ ਸ਼੍ਰੋਮਣੀ ਕਮੇਟੀ ਉੱਤੇ ਅਕਾਲੀ ਦਲ ਕਾਬਜ਼ ਹੈ ਵਿੱਚ ਇਹ ਤੁਰੀ ਹੈ ਕਿ ਬੀਬੀ ਜਗੀਰ ਕੌਰ ਦੇ ਪਿੱਛੇ ਕਿਤੇ ਭਾਜਪਾ ਦਾ ਹੱਥ ਨਾ ਹੋਵੇ, ਕਿਉਂਕਿ ਬੀਬੀ ਜਗੀਰ ਕੌਰ ਭਾਵੇਂ 4 ਵਾਰ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਪਰੰਤੂ ਹੁਣ 9 ਨਵੰਬਰ ਨੂੰ ਅਗਲੀ ਚੋਣ ਆ ਰਹੀ ਹੈ ਉਹਦੇ ਵਿੱਚ ਵੀ ਉਹ ਬਤੌਰ ਪ੍ਰਧਾਨਗੀ ਅਖਾੜਾ ਮੱਲਣ ਦੀ ਪੂਰੀ ਤਿਆਰੀ ਦੇ ਵਿੱਚ ਹਨ। ਤੇ ਅਕਾਲੀ ਹਲਕਿਆਂ ਦੇ ਵਿੱਚ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇਹ ਇੱਕ ਵੱਡੀ ਚਿੰਤਾ ਵੀ ਪਣਪੀ ਹੋਈ ਹੈ। ਭਾਵੇਂ ਕੱਲ੍ਹ ਦੀ ਬੈਠਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਤੋਂ ਮਨਾਉਣ ਲਈ ਅਕਾਲੀ ਦਲ ਦੇ ਇੱਕ ਵਾਹਦ ਆਗੂ ਸਰਜੀਤ ਸਿੰਘ ਰੱਖੜਾ ਨੂੰ ਤੋਰਨ ਦਾ ਵੀ ਫੈਸਲਾ ਲਿਆ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਬੀਬੀ ਜਗੀਰ ਕੌਰ ਅਕਾਲੀ ਲੀਡਰਸ਼ਿਪ ਦੇ ਕਹਿਣ ਉੱਤੇ ਮੰਨਦੇ ਹਨ ਜਾਂ ਨਹੀਂ, ਪਰੰਤੂ ਜਿਹੜੀ ਇੱਕ ਅਕਾਲੀ ਦਲ ਦੇ ਵਿੱਚ ਚਿੰਤਾ ਪਣਪੀ ਹੈ ਕਿ ਕਿਤੇ ਬੀਬੀ ਜਗੀਰ ਕੌਰ ਦੇ ਪਿੱਛੇ ਭਾਜਪਾ ਦਾ ਹੱਥ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਇਸ ਤੋਂ ਪਹਿਲਾਂ ਇਹ ਵੀ ਦੋਸ਼ ਮੜ ਚੁੱਕਿਆ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਅਸਿੱਧੇ ਤੌਰ ਤੇ ਭਾਜਪਾ ਕਾਬਜ਼ ਹੋ ਗਈ ਹੈ, ਕਿਉਂਕਿ ਉਸ ਕਮੇਟੀ ਉੱਤੇ ਜਿਹੜੀ ਹੁਣ ਨਵੀਂ ਕਾਬਜ਼ ਤੇ ਰਹੇ ਉਸ ਉੱਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਦੀ ਹੀ ਹੈ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਸਿੱਧੇ ਹੀ ਭਾਜਪਾ ਦੇ ਹਨ। ਤਾਂ ਵਿਰੋਧੀਆਂ ਵੱਲੋਂ ਜੇਕਰ ਅਜਿਹੇ ਦੋਸ਼ ਲੱਗਦੇ ਹਨ ਤਾਂ ਕਿਤੇ ਨਾ ਕਿਤੇ ਕੋਈ ਛੁਪਿਆ ਰਾਜ ਹੋ ਸਕਦਾ ਹੈ। ਆਪਾਂ ਜਿਹੜਾ ਇਹ ਐਪੀਸੋਡ ਤੋਰਿਆ ਸੀ ਸਿਆਸੀ ਪੱਤਿਆਂ ਨੂੰ ਲੈ ਕੇ, ਤੇ ਇਸ ਵੇਲੇ ਇਹ ਭਾਜਪਾ ਦੇ ਸਿਆਸੀ ਪੱਤਿਆਂ ਉੱਤੇ ਖੜ ਰਿਹਾ ਹੈ, ਕਿਉਂਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੱਖਰੀ ਤਰ੍ਹਾਂ ਦਾ ਦੋਸ਼ ਮੜਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਨੂੰ ਕਿ ਪਿਛਲੇ ਸਮੇਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਮਾਨਤਾ ਦਿੱਤੀ ਗਈ ਹੈ, ਉਸ ਉੱਤੇ ਵੀ ਅਸਿੱਧੇ ਤੌਰ ਤੇ ਭਾਜਪਾ ਕਾਬਜ਼ ਹੋ ਸਕਦੀ ਹੈ। ਮਤਲਬ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਅਸਿੱਧੇ ਤੌਰ ਤੇ ਕਾਬਜ਼ ਹੋ ਗਈ। ਪੰਜਾਬ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਉੱਤੇ ਭਾਜਪਾ ਨੇ ਨਜ਼ਰ ਟਿਕਾਈ ਹੋਈ ਹੈ, ਤੇ ਜਿਹੜਾ ਅਗਲੀ ਚਿੰਤਾ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਐਡਵੋਕੇਟ ਧਾਮੀ ਨੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਗਿਲਾ ਕੀਤਾ ਹੈ ਕਿ ਜਿਹੜਾ ਹਰਿਆਣਾ ਸਰਕਾਰ ਵੱਲੋਂ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਹਦੀ ਇੱਕ ਮੱਧ ਦੇ ਵਿੱਚ ਜੋ ਵਰਣਨ ਹੈ ਕਿ ਜੇ 18 ਮਹੀਨਿਆਂ ਤੱਕ ਅਗਲੀ ਚੋਣ ਨਾ ਹੋਈ ਤਾਂ ਹਰਿਆਣਾ ਸਰਕਾਰ ਵੱਲੋਂ ਫਿਰ 41 ਮੈਂਬਰੀ ਨਵੀਂ ਐਡਹਾਕ ਕਮੇਟੀ ਬਣਾਈ ਜਾਏਗੀ। ਉਹ 41 ਮੈਂਬਰ ਹਰਿਆਣਾ ਸਰਕਾਰ ਨੋਮੀਨੇਟ ਕਰੇਗੀ ਤੇ ਉਸ ਦੀ ਸਰਪ੍ਰਸਤੀ ਵੀ ਸਰਕਾਰ ਦੀ ਹੋਵੇਗੀ। ਐਡਵੋਕੇਟ ਧਾਮੀ ਦਾ ਗਿਲਾ ਹੈ ਕਿ ਜਦੋਂ ਸਿੱਖ ਪ੍ਰਬੰਧਾਂ ਦੀ ਸਰਪ੍ਰਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੁੰਦੀ ਹੈ ਤਾਂ ਫਿਰ ਜੇਕਰ ਹਰਿਆਣਾ ਸਰਕਾਰ ਦੀ ਸਰਪ੍ਰਸਤੀ ਬਣਦੀ ਹੈ ਨਵੀਂ ਚੁਣੀ ਜਾਣ ਵਾਲੀ ਐਡਹਾਕ ਕਮੇਟੀ ਦੀ, ਤਾਂ ਫਿਰ ਇਹ ਵੀ ਇੱਕ ਵੱਡਾ ਰਾਜ ਹੈ ਕਿ ਹਰਿਆਣੇ ਉੱਤੇ ਵੀ ਸਰਕਾਰ ਕਾਬਜ਼ ਹੁੰਦੀ ਹੈ, ਹਰਿਆਣੇ ਦੀ ਕਮੇਟੀ ਉੱਤੇ, ਜੇਕਰ ਮਾਮਲਾ ਇਸੇ ਤਰ੍ਹਾਂ ਅੱਗੇ ਵੱਧਦਾ ਰਹਿੰਦਾ ਹੈ। ਇਸ ਮਾਮਲੇ ਨੂੰ ਅੱਗੇ ਵਧਾਉਂਦਾ ਐਡਵੋਕੇਟ ਧਾਮੀ ਨੇ ਸਿੱਖ ਆਗੂਆਂ ਝੀਂਦਾ ਸਾਹਿਬ, ਦਾਦੂਵਾਲ ਸਾਹਿਬ, ਨਲਵੀ ਸਾਹਿਬ ਹੋਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਹੇਠ ਆਉਣ ਤਾਂ ਕਿ ਕੋਈ ਅਜਿਹੀ ਚੂਕ ਨਾ ਹੋ ਜਾਏ ਕਿ ਇਤਿਹਾਸ ਸਿੱਖ ਆਗੂਆਂ ਨੂੰ ਮੁਆਫ ਨਾ ਕਰੇ। ਉਹਨਾਂ ਦਾ ਸਿੱਧਾ ਮਤਲਬ ਹੈ ਕਿ ਜੇਕਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਕੋਈ ਵਾਵੇਲਾ ਖੜਾ ਹੋ ਗਿਆ ਤਾਂ ਉਸ ਉੱਤੇ ਅਸਿੱਧੇ ਤੌਰ ਤੇ ਹਰਿਆਣਾ ਸਰਕਾਰ ਕਾਬਜ਼ ਧਿਰ ਹੋਵੇਗੀ। ਇਹ ਐਡਹੌਕ ਕਮੇਟੀ ਜਿਹੜੀ ਆ ਇਹ ਸਰਕਾਰ ਨੇ ਨੋਮੀਨੇਟ ਕਰਨੀ ਆ, ਨਾ ਕਿ ਉੱਥੇ ਦੀ ਸੰਗਤ ਨੇ ਨੋਮੀਨੇਟ ਕਰਨੀ। ਇਹਦੇ ਵਿੱਚ ਇੱਕ ਹੋਰ ਗਾਹਾਂ ਫਰਦਰ ਹੋਰ ਪ੍ਰੋਵੀਜ਼ਨ ਪਾਤਾ, ਇਟ ਵਿਲ ਐਗਜ਼ਿਸਟ ਫਾਰ 18 ਮੰਥਸ। ਆਫਟਰ 18 months what will happen, provided further that if election under section 11 are not held within the period of 18 months, earlier ਜਿਹੜੇ 18 ਮਹੀਨੇ ਉਹਦੇ ਵਿੱਚ ਨਹੀਂ ਚੋਣ ਹੁੰਦੀ ਜਿਹੜੀ ਨੋਮੀਨੇਟ ਸਰਕਾਰ ਨੇ ਕਰਨੀ ਆ,
ਫਿਰ ਇਹ ਨਿਊ ਅਡ ਹੌਕ ਕਮੇਟੀ ਸ਼ੈਲ ਬੀ ਨੋਮੀਨੇਟਡ ਬਾਈ ਦਾ ਗਵਰਨਮੈਂਟ ਫਾਰ ਏ ਫਰਦਰ ਪੀਰੀਅਡ ਆਫ 18 ਮੰਥ। ਮੀਨਿੰਗ ਦੇਅਰ ਬਾਈ ਕਿ 3 ਸਾਲ ਦੀ ਜਿਹੜੀ ਉਹਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਇਹ ਇੱਕ ਦੇ ਦਿੱਤੀ ਆ ਵੀ ਜਿਹੜੀ ਅਡ ਹੌਕ ਕਮੇਟੀ ਉਹ ਸਰਕਾਰ ਬਣਾਊਗੀ। ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਇਹਦੇ ਵਿੱਚ ਪੈਰਾ ਨੰਬਰ 2 ਸਬਸੈਕਸ਼ਨ 2 ਦਾ ਪੈਰਾ ਨੰਬਰ 9 ਵਿਚ ਇਜ਼ ਮੋਸਟ ਇੰਪੋਰਟੈਂਟ, ਜਿਹੜਾ ਬਹੁਤ ਅਹਿਮ ਰੱਖਦਾ ਸਿੱਖਾਂ ਲਈ, ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰਦੇ। The government may nominate one of the members of the committee or the ad hoc committee as the case may be as patron। ਹੁਣ ਸਿੱਖਾਂ ਦੇ ਵਿੱਚ ਪੈਟਰਨ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸਾਡੀ ਸਰਪ੍ਰਸਤੀ ਕਰਦੇ ਆ, ਦੂਸਰੀ ਸਰਪ੍ਰਸਤੀ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਕਰਦੇ ਆ। ਮੈਂ ਨਿਮਰਤਾ ਸਹਿਤ ਦਾਦੂਵਾਲ ਸਾਹਿਬ, ਝਿੰਡਾ ਸਾਹਿਬ ਤੇ ਉਹਨਾਂ ਦੇ ਨਾਲ ਅਰੋੜਾ ਸਾਹਿਬ ਤੇ ਨਲਵੀ ਸਾਹਿਬ, ਉਹਨਾਂ ਨੂੰ ਬੇਨਤੀ ਕਰਦਾ, ਨੋਟੀਫਿਕੇਸ਼ਨ ਆ ਇਹ ਜੇ ਆਪਾਂ ਇਦਾਂ ਹੀ ਚਲਾਇਆ ਤੇ ਫਿਰ ਜਿੱਦਾਂ ਅੱਜ ਨੰਦੇੜ ਸਾਹਿਬ ਦਾ ਅਬਚਲ ਨਗਰ ਨੰਦੇੜ ਦਾ ਚੱਲਦਾ ਤਖਤ, ਐਵੇਂ ਤੁਹਾਡੀ ਕਮੇਟੀ ਵੀ ਚੱਲੂਗੀ। ਇਸ ਖਾਦਾ ਸਾਨੂੰ ਖਾਸਾ ਸੀ, ਉਹ ਖਾਸਾ ਅੱਜ ਸਾਨੂੰ ਪ੍ਰਤੱਖ ਨਜ਼ਰ ਆ ਰਿਹਾ। ਹੁਣ ਅੱਗੇ ਵੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਕਦੋਂ ਨਵੀਂ ਐਡ ਹਾਕ ਕਮੇਟੀ ਬਣਾਉਂਦੀ ਹੈ, ਜਾਂ ਇਹਨਾਂ 18 ਮਹੀਨਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਵੀਂ ਹੋਂਦ ਵਿੱਚ ਆਈ, ਉਹਦੀ ਚੋਣ ਸਿਰੇ ਲੱਗਦੀ ਹੈ। ਕਿਉਂਕਿ ਇਹ ਸਾਰਾ ਮਾਮਲਾ ਇਸ ਵੇਲੇ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਹੈ। ਆਏ ਹੋਏ ਫੈਸਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰਿਵਿਊ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਜਾਂ ਕਰ ਦਿੱਤੀ ਗਈ ਹੈ। ਖੈਰ, ਸਿਆਸਤ ਦੇ ਵਿੱਚ ਸਿਆਸੀ ਪੱਤੇ ਖੇਡਣ ਦਾ ਹਰ ਸਿਆਸੀ ਜਮਾਤ ਨੂੰ ਅਧਿਕਾਰ ਹੈ, ਪਰੰਤੂ ਆਖਰੀ ਫੈਸਲਾ ਤਾਂ ਲੋਕਤੰਤਰ ਦੇ ਵਿੱਚ ਲੋਕਾਂ ਵੱਲੋਂ ਹੀ ਲਿਆ ਜਾਣਾ ਹੁੰਦਾ ਹੈ। ਅਜਿਹੇ 'ਚ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ। ਈ ਮਿਸ਼ਨ ਪੰਜਾਬੀ।